ਦੋਸਤੋ, ਇਸਰਾਈਲ ਦਾ ਜਿਹੜਾ ਹੁਣ ਸੂਰਤ ਹਾਲ ਹੈ ਉੱਥੇ ਦੀ ਇਸਰਾਈਲ ਉਹ ਬੜੀ ਇੰਟਰਨਲੀ ਖਰਾਬ ਹੈ। ਉੱਥੇ ਵੰਡ ਪੈ ਗਈ। ਇਸਰਾਈਲ ਦੇ ਵਿੱਚ ਇੱਕ ਸਰਵੇ ਕੀਤਾ ਗਿਆ ਕਿ ਜਨਾਬ ਸਾਨੂੰ ਈਰਾਨ ਦੇ ਹਮਲੇ ਦੇ ਜਵਾਬ ਦੇ ਵਿੱਚ ਕੀ ਹਮਲਾ ਕਰਨਾ ਚਾਹੀਦਾ। ਉੱਥੇ 52% ਲੋਕਾਂ ਨੇ ਕਿਹਾ ਕਿ ਅਸੀਂ ਇਸ ਹੱਕ ਦੇ ਵਿੱਚ ਨਹੀਂ। 48% ਜਿਹੜੇ ਲੋਕ ਨੇ ਉਹਦੇ ਵਿੱਚੋਂ ਕੋਈ ਤਾਦਾਦ ਐਸੀ ਜਿਨ੍ਹਾਂ ਨੇ ਇਹ ਕਿਹਾ ਕਿ ਅਸੀਂ ਜਵਾਬੀ ਹਮਲੇ ਦੇ ਹੱਕ 'ਚ ਹਾਂ, ਤੇ ਕੁਝ ਐਸੇ ਵੀ ਲੋਕ ਸਨ ਜਿਨ੍ਹਾਂ ਨੇ ਉਹਦਾ ਜਵਾਬ ਨਹੀਂ ਦਿੱਤਾ ਇਸ ਸਰਵੇ। ਅੱਛਾ, ਇਹ ਸੂਰਤ ਹਾਲ ਇਸਰਾਈਲ ਦੇ ਇੰਟਰਨਲ ਜਿਹੜਾ ਲੋਕਾਂ ਦਾ ਮਾਮਲਾ ਸੀ। ਇਸਰਾਈਲ ਦੀ ਹਕੂਮਤ ਔਰ ਫੌਜ ਕੀ ਸੋਚ ਰਹੀ, ਇਹਦਾ ਅੰਦਾਜ਼ਾ ਇੱਥੋਂ ਕਰੋ ਕਿ ਉੱਥੋਂ ਦੀ ਫੌਜ ਦੇ ਜਿਹੜੇ ਤਰਜਮਾਨ ਸਨ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ 2 ਦਿਨ ਪਹਿਲੇ। ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਇਹ ਜਰਹੀਅਤ ਕੀਤੀ ਤੇ ਹੁਣ ਕੀ ਕਰੋਗੇ, ਉਹਨਾਂ ਨੇ ਕਿਹਾ ਕਿ ਜਨਾਬ ਅਸੀਂ ਆਪਣਾ ਹੱਕ ਇਸਤੇਮਾਲ ਕੀਤਾ ਸੀ ਦਿਫਾਅ ਦਾ, ਕਿਉਂਕਿ ਸ਼ਾਮ ਦੇ ਵਿੱਚ ਜਿਹੜੇ ਈਰਾਨੀ ਪਾਸਦਾਰਾਂ ਨੇ ਇਨਕਲਾਬ ਦੇ ਲੋਕ ਮਾਰੇ ਗਏ 7 ਸਾਡੇ ਹਮਲੇ ਦੇ ਵਿੱਚ, ਉਹ ਰਿਆਸਤ ਇਸਰਾਈਲ ਦੇ ਖਿਲਾਫ ਸਰਗਰਮੀਆਂ ਜਿਹੜੀਆਂ ਸੀ ਉਹਦੇ ਵਿੱਚ ਮੁਲਵਸ ਸਨ। ਅੱਛਾ, ਇਹੋ ਹੀ ਆਰਗੂਮੈਂਟ ਜਿਹੜਾ ਸੀ ਇਹ ਈਰਾਨ ਨੇ ਅਡਾਪਟ ਕੀਤਾ। ਈਰਾਨ ਨੇ ਕਿਹਾ ਕਿ ਇਸਰਾਈਲ ਨੇ ਚੂंकि ਪਹਿਲੇ ਉਹਦੇ ਉੱਥੇ ਮਫਾਦਾਤ ਦੇ ਉੱਤੇ ਉਹਦੇ ਸਫਾਰਤਖਾਨੇ ਤੇ ਹਮਲਾ ਕੀਤਾ ਹੈ, ਤੇ ਇਸ ਵਾਸਤੇ ਦਿਫਾਅ ਦਾ ਹੱਕ ਇਸਤੇਮਾਲ ਕਰਦੇ ਹੋਏ ਉਹ ਇਸਰਾਈਲ ਦੇ ਉੱਤੇ ਹਮਲਾ ਕਰੇਗਾ। ਤੇ ਫਿਰ ਈਰਾਨ ਨੇ ਉਹ ਹਮਲਾ ਕੀਤਾ। ਇਹ ਬਹਿਸ ਅਲੱਗ ਹੈ ਕਿ ਉਸ ਹਮਲੇ 'ਚ ਨੁਕਸਾਨ ਕਿੰਨਾ ਹੋਇਆ ਕਿੰਨਾ ਨਹੀਂ ਹੋਇਆ, ਲੇਕਿਨ ਪਹਿਲੀ ਦਫਾ ਇੰਜ ਹੋਇਆ ਕਿ ਈਰਾਨ ਨੇ ਇਸਰਾਈਲ ਦੇ ਉੱਤੇ ਹਮਲਾ ਕੀਤਾ। ਇਸਰਾਈਲ ਵਾਸਤੇ ਇਹ ਸਿਚੁਏਸ਼ਨ ਨਵੀਂ। ਇਸ ਸਿਚੁਏਸ਼ਨ ਨੂੰ ਹਾਲੇ ਤੱਕ ਮੈਂ ਦੇਖਿਆ, ਤਬਸਰਾ ਨਿਗਾਰ ਜਿਹੜੇ ਸਾਡੇ ਇਸ ਖਿੱਤੇ ਦੇ ਸਾਊਥ ਏਸ਼ੀਆ ਦੇ ਨੇ, ਇੰਡੀਆ ਦੇ ਵੀ ਲੋਕਾਂ ਨੂੰ ਮੈਂ ਕੁਝ ਸੁਣਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੀ ਰਾਏ। ਇੰਟਰਨੈਸ਼ਨਲ ਜਿਹੜੀ ਕਮਿਊਨਿਟੀ ਹੈ ਔਰ ਇੰਟਰਨੈਸ਼ਨਲ ਜਿਹੜੇ ਮੁਬਸਰੀਨ ਨੇ ਉਹਨਾਂ ਦੀ ਵੀ ਗੱਲ ਮੈਂ ਸਮਝਣ ਦੀ ਕੋਸ਼ਿਸ਼ ਕੀਤੀ। ਕਿਸੇ ਨੇ ਇਹ ਪੁਆਇੰਟ ਨਹੀਂ ਚੁੱਕਿਆ ਕਿ ਇਸਰਾਈਲ ਪਹਿਲੇ ਜਦੋਂ ਕਿਸੇ ਆਪਣੇ ਹਮਸਾਏ ਦੇ ਖਿਲਾਫ ਕਾਰਵਾਈ ਕਰਦਾ ਸੀ ਤੇ ਉਹਨੂੰ ਇੱਕ ਕਹਿ ਲਓ ਕਿ ਨੂਰਾ ਕੁਸ਼ਤੀ ਵਾਲੀ ਗੱਲ ਵੀ ਹੋ ਜਾਂਦੀ ਸੀ ਕਿ ਉਹ ਫਲਸਤੀਨ ਹੋਵੇ, ਉਹ ਸਾਊਦੀ ਅਰਬ ਹੋਵੇ, ਉਹ ਉਰਦਨ ਹੋਵੇ, ਸ਼ਾਮ ਹੋਵੇ, ਉਹ ਮਿਸਰ ਹੋਵੇ, ਜਿਹੜੇ ਵੀ ਉਹਦੇ ਇਰਦ ਗਿਰਦ ਦੇ ਮਮਾਲਿਕ ਨੇ, ਅਗਰਚੇ ਸਾਊਦੀ ਅਰਬ ਬਿਲਕੁਲ ਨਾਲ ਤਾਂ ਨਹੀਂ ਹੈਗਾ, ਮੈਂ ਜ਼ਿਕਰ ਕਰ ਗਿਆ ਉਹਦਾ, ਤੇ ਜਿਹੜੇ ਵੀ ਉਹਦੇ ਨਾਲ ਮੁਲਕ ਹੈਗੇ ਨੇ, ਉਹ ਉਹਨਾਂ ਨੂੰ ਪਤਾ ਸੀ ਕਿ ਅਮਰੀਕਾ ਦੀ ਮਰਜ਼ੀ ਤੋਂ ਬਗੈਰ ਇਹ ਮੁਲਕ ਮੇਰੇ ਨਾਲ ਲੜ ਹੀ ਨਹੀਂ ਸਕਣਗੇ, ਕਿਉਂਕਿ ਇਹਨਾਂ ਨੂੰ ਅਸਲਾ ਜਿਹੜਾ ਹੈ ਉਹ ਅਮਰੀਕਾ ਦਿੰਦਾ, ਤੇ ਅਮਰੀਕਾ ਇਸਰਾਈਲ ਦਾ ਹਾਮੀ ਵੀ ਸੀ। ਹੁਣ ਜੇ ਅਗਰ ਜੰਗ ਹੁੰਦੀ ਹੈ ਤੇ ਇੱਕੋ ਹੀ ਫਰੀਕ ਦੋਵਾਂ ਜਿਹੜੇ ਧੜੇ ਨੇ ਉਹਨਾਂ ਨੂੰ ਉਹਨੇ ਅਸਲਾ ਦੇਣਾ ਹੈ, ਤੇ ਫਿਰ ਉਹੀ ਤੈਅ ਕਰੇਗਾ ਨਾ ਕਿ ਕਿਹਨੂੰ ਅਸਲਾ ਚੰਗਾ ਦੇਣਾ, ਕਿਹਨੂੰ ਮੰਦਾ ਦੇਣਾ, ਕਿਹਨੂੰ ਅਸਲੇ ਦੀ ਸਪਲਾਈ ਰੋਕਣੀ ਹੈ, ਕਿਹਨੂੰ ਅਸਲਾ ਇਹਨਾਂ ਦੇ ਦੇਣਾ ਕਿ ਉਹ ਆਪਣੇ ਤੋਂ ਤਗੜੇ ਮੁਲਕਾਂ ਦੇ ਖਿਲਾਫ ਵੀ ਕਾਰਵਾਈ ਕਰ ਸਕੇ। ਤੇ ਇਹ ਵਾਲੀ ਸਿਚੁਏਸ਼ਨ ਇੱਕ ਤਰ੍ਹਾਂ ਦੀ ਕੰਟਰੋਲ ਜੰਗ ਹੁੰਦੀ ਸੀ, ਔਰ ਉਹਨੂੰ ਕੰਟਰੋਲ ਕਰ ਰਿਹਾ ਹੁੰਦਾ ਸੀ ਅਮਰੀਕਾ ਉੱਤੇ ਬੈਠ ਕੇ। ਹੁਣ ਇਹ ਸਿਚੁਏਸ਼ਨ ਨਹੀਂ ਹੈਗੀ। ਈਰਾਨ ਇਸਰਾਈਲ ਤੋਂ ਤਗੜਾ ਹੈ ਜਾਂ ਮਾੜਾ ਹੈ, ਇਹ ਵੱਖਰੀ ਗੱਲ, ਲੇਕਿਨ ਇੱਕ ਗੱਲ ਹੈ, ਈਰਾਨ ਅਮਰੀਕੀ ਅਸਲਾ ਇਸਤੇਮਾਲ ਨਹੀਂ ਕਰਦਾ। ਇਸਰਾਈਲ ਨੂੰ ਇਹੀ ਡਰ ਹੈ ਕਿ ਜੇ ਈਰਾਨ ਦੇ ਖਿਲਾਫ ਮੈਂ ਮਜ਼ੀਦ ਕਾਰਵਾਈ ਕੀਤੀ ਜਾਂ ਈਰਾਨ ਨੇ ਮੇਰੇ ਉੱਤੇ ਹਮਲਾ ਕਰ ਦਿੱਤਾ ਉਹਦੇ ਜਵਾਬ ਦੇ ਵਿੱਚ ਔਰ ਜੰਗ ਨੂੰ ਫੈਲਾ ਦਿੱਤਾ, ਤੇ ਫਿਰ ਈਰਾਨ ਨੂੰ ਦੂਸਰੇ ਪਾਸੇ ਜਿਹੜਾ ਹੈ ਚੀਨ ਤੇ ਰੂਸ ਜਿਹੜੇ ਨੇ ਉਹ ਅਸਲਾ ਦੇ ਸਕਦੇ ਨੇ, ਔਰ ਇਹ ਅਸਲਾ ਜਦੋਂ ਇਸਤੇਮਾਲ ਹੋਵੇਗਾ ਜਾਂ ਮਿਲੇਗਾ ਤੇ ਫਿਰ ਹਾਲਾਤ ਉਸ ਤਰ੍ਹਾਂ ਉਹਦੇ ਕੰਟਰੋਲ 'ਚ ਨਹੀਂ ਰਹਿਣਗੇ। ਫਿਰ ਉਹਦਾ ਰੈਫਰੀ ਤਾਂ ਹੋਣਾ ਨਹੀਂ ਹੈ ਇਸ ਜੰਗ ਦੇ ਵਿੱਚ, ਤੇ ਨੁਕਸਾਨ ਦੀ ਜਿਹੜੀ ਸ਼ਿੱਦਤ ਹੈ ਇਹ ਵੱਧ ਸਕਦੀ। ਇਹ ਇੱਕ ਪੁਆਇੰਟ ਹੈਗਾ ਵੇ ਜਿੱਥੇ ਆ ਕੇ ਇਸਰਾਈਲ ਥੋੜਾ ਜਿਹਾ ਫਸਿਆ ਖਲੋਤਾ ਵੇ, ਔਰ ਉਹ ਲੱਗਦਾ ਹੈ ਕਿ ਇਹ ਐਵੇਂ ਨਹੀਂ ਕਰੇਗਾ। ਹੁਣ ਉਹ ਸੋਚ ਸਮਝ ਕੇ ਕਰੇਗਾ, ਉਹਨੂੰ ਇਹ ਕਰਨਾ ਪਏਗਾ, ਵਰਨਾ ਜ਼ਾਹਿਰ ਹੈ ਇਸਰਾਈਲ ਦੀ ਜਿਹੜੀ ਹਦੂਦ ਹੈਗੀਆਂ ਨੇ ਜੋਗਰਾਫੀਆਈ, ਉਹਨਾਂ 'ਚ ਤਬਦੀਲੀ ਵੀ ਆ ਸਕਦੀ ਅਗਰ ਈਰਾਨ ਹਮਲਾ ਕਰਦਾ। ਫਿਰ ਜਿਹੜਾ ਅੱਜ ਤੱਕ ਇਹ ਇਸਰਾਈਲੀਆਂ ਨੇ ਆਪਣੇ ਲੋਕਾਂ ਨੂੰ ਦੱਸਿਆ ਕਿ ਉਹ ਬੜੀ ਪ੍ਰੋਟੈਕਟਿਡ ਇੱਕ ਸਟੇਟ ਹੈਗੀ, ਉਹਨਾਂ ਦੀ ਸਿਕਿਉਰਿਟੀ ਦੁਨੀਆ 'ਚ ਨੰਬਰ 1 ਹੈਗੀ, ਕੋਈ ਮੁਲਕ ਉਹਨਾਂ ਤੇ ਹਮਲਾ ਨਹੀਂ ਕਰ ਸਕਦਾ, ਔਰ ਉਹਨਾਂ ਨੇ ਖਾਸੇ ਪੈਸੇ ਉਹਦੇ ਤੇ ਲਾਏ ਨੇ। ਡਿਫੈਂਸ ਸਿਸਟਮ, 에ਅਰ ਡਿਫੈਂਸ ਸਿਸਟਮ ਜਿਹੜਾ ਉਹਨਾਂ ਨੇ ਉੱਥੇ ਨਸਬ ਕੀਤਾ ਐਰੋ ਦੇ ਨਾਮ ਦੇ ਉੱਤੇ, ਉਹ ਬੜਾ ਮੌਸਰ ਸਮਝਿਆ ਜਾਂਦਾ ਵੇ, ਔਰ ਉਹ ਸਿਸਟਮ ਉਹਨਾਂ ਨੇ ਦੁਨੀਆ ਦੇ ਦੂਜੇ ਮੁਲਕਾਂ ਨੂੰ ਵੇਚਿਆ ਵੀ। ਤੇ ਅਗਰ ਈਰਾਨ ਉੱਤੇ ਹਮਲਾ ਕਰ ਦਿੰਦਾ ਤੇ ਈਰਾਨ ਕੱਲਾ ਤਾਂ ਨਹੀਂ ਹੋਵੇਗਾ, ਈਰਾਨ ਦੇ ਉਸ ਖਿੱਤੇ ਦੇ ਵਿੱਚ ਬਹੁਤ ਸਾਰੀਆਂ
ਤਨਜ਼ੀਮਾਂ ਨੇ ਜਿਹੜੀਆਂ ਈਰਾਨ ਨਵਾਜ਼ ਹੈਗੀਆਂ ਨੇ। ਲਿਬਨਾਨ ਦੇ ਉੱਤੇ 2 ਦਿਨ ਪਹਿਲੇ ਝੜਪ ਹੋਈ ਕਿ ਲਿਬਨਾਨ ਦੇ ਜਿਹੜੇ ਹਿਜ਼ਬੁੱਲਾ ਨੇ ਉਹਨਾਂ ਨੇ ਇਸਰਾਈਲ ਦੇ ਉੱਤੇ ਹਮਲਾ ਕੀਤਾ ਔਰ ਉਹਦੇ ਵਿੱਚ ਕੁਝ ਇਸਰਾਈਲੀ ਫੌਜੀ ਮਾਰੇ ਵੀ ਗਏ ਨੇ। ਈਰਾਨ ਤੋਂ ਲਿਬਨਾਨ ਤੋਂ ਅਗਰ ਇੱਕ ਮੁਹਾਜ਼ ਖੋਲ ਲਿਆ ਜਾਂਦਾ ਹੈ, ਫਲਸਤੀਨੀ ਜਿਹੜੇ ਨੇ ਹਮਾਸ, ਉਹ ਮੁਹਾਜ਼ ਦੇ ਵਿੱਚ ਸਿਰਫ ਡਿਫੈਂਸ ਤੇ ਨਹੀਂ ਰਹਿੰਦੇ ਜਾਂ ਉਹ ਇਸਰਾਈਲੀ ਹਮਲਿਆਂ ਦਾ ਇੰਤਜ਼ਾਰ ਨਹੀਂ ਕਰਦੇ, ਬਲਕਿ ਉਹ ਉਸ ਬਾਰਡਰ ਤੋਂ ਇਸਰਾਈਲ ਦੇ ਉੱਤੇ ਹਮਲਾ ਕਰ ਦਿੰਦੇ ਨੇ। ਤੇ ਤੀਸਰੇ ਪਾਸੇ ਜਿਹੜਾ ਹੈ ਉਹ ਜਨਾਬ ਈਰਾਨ ਜਿਹੜਾ ਹੈ ਉਹ ਉਹਨਾਂ ਧੜਿਆਂ ਨੂੰ ਅਸਲਿਆ ਵੀ ਦੇਵੇ ਤੇ ਆਪ ਵੀ ਅਟੈਕ ਕਰੇ। ਤੇ ਇਹ ਸਿਚੁਏਸ਼ਨ ਜਿਹੜੀ ਹੈ ਇਹ ਜੰਗ ਨੂੰ ਕੀ ਮੰਜ਼ਰਨਾਮਾ ਜੰਗ ਦਾ ਬਣਾਏਗੀ, ਇਹ ਜ਼ਰਾ ਗੌਰ ਕਰੋ, ਕਿਉਂਕਿ ਇਸ ਦਫਾ ਇਹਦੇ ਵਿੱਚ ਮਿਸਰ ਨਹੀਂ ਹੈਗਾ, ਇਸ ਦਫਾ ਇਹਦੇ ਵਿੱਚ ਉਰਦਨ ਨਹੀਂ ਹੈਗਾ। ਇਸ ਵਾਸਤੇ ਇਹ ਮੁਖਤਲਿਫ ਸਿਚੁਏਸ਼ਨ ਹੋਵੇਗੀ ਔਰ ਮੁਹਾਜ਼ ਵੀ ਮੁਖਤਲਿਫ ਹੋਣਗੇ। ਐਸੀ ਜਗ੍ਹਾ ਤੇ ਮੁਹਾਜ਼ ਨੇ ਜਿਹੜੇ ਕੰਟਰੋਲ ਚ ਨਹੀਂ ਹੈ ਤੇ ਇਸਰਾਈਲ ਜਿਹੜਾ ਹੈ ਉਹ ਇੱਕ ਫਸਿਆ ਹੋਇਆ ਹੋਵੇ ਇਸ ਸਿਚੁਏਸ਼ਨ ਦੇ ਵਿੱਚ। ਉਹ ਪਹਿਲੀ ਦਫਾ ਮੈਂ ਕਿਹਾ ਸਟ੍ਰੈਟਜੀਕਲੀ ਅਗਰ ਇਹਨੂੰ ਤਜਜ਼ੀਆ ਕੀਤਾ ਜਾਵੇ ਨਾ, ਲੋਕ ਤਾਂ ਇਹ ਤਜਜ਼ੀਆ ਕਰਨ ਡਏ ਨੇ, ਮੈਂ ਆਮ ਤੌਰ ਤੇ ਵੇਖਣ ਡਿਆ YouTube ਤੇ ਵੀਡੀਓ ਧੜਾ ਧੜ ਭਰੀਆਂ ਨੇ ਲੋਕਾਂ ਨੇ, ਦੋਵਾਂ ਦੀ ਜੰਗੀ ਸਲਾਹੀਅਤ ਦਾ ਈਰਾਨ ਦੀ ਤਾਂ ਸਾਊਦੀ ਅਰਬ ਦਾ ਮੁਆਜ਼ਨਾ ਕੀਤਾ ਜਾ ਰਿਹਾ। ਉਹ ਬਈ ਉਹ ਮੁਆਜ਼ਨਾ ਤਾਂ ਉਸ ਤੋਂ ਪਹਿਲੇ ਵੀ ਮੌਜੂਦ ਸੀ, ਜਦੋਂ ਹਮਾਸ ਦੇ ਬਿਲਕੁਲ ਨਿਹੱਤੇ ਲੋਕ ਜਿਹੜੇ ਨੇ ਉਹ ਪੈਰਾਗਲਾਈਡਰਸ ਦੇ ਨਾਲ ਇਸਰਾਈਲ ਦੇ ਇਲਾਕੇ 'ਚ ਵੜ ਗਏ ਤੇ ਇਸਰਾਈਲ ਦੀ ਸਿਕਿਉਰਿਟੀ ਦਾ ਤਾਂ ਭਰਮ ਉੱਥੇ ਖੁੱਲ ਗਿਆ। ਅਸਲ 'ਚ ਮੈਂ ਤੁਹਾਨੂੰ ਇਹ ਦੱਸਾਂ ਕਿ ਮੇਰਾ ਇਹ ਖਿਆਲ ਹੈ ਜ਼ਾਤੀ ਤੌਰ ਤੇ ਕਿ ਇਸਰਾਈਲ ਨੂੰ ਕੋਈ ਅਮਰੀਕੀ ਅਸਲਿਹਾ ਤੇ ਟੈਕਨੋਲੋਜੀ ਤੇ ਦੁਨੀਆ ਦੀ ਜਦੀਦ ਤਰੀਨ ਜਿਹੜੇ ਹਿਫਾਜ਼ਤੀ ਇੰਤਜ਼ਾਮਾਤ ਨੇ ਉਹਦੀ ਵਜ੍ਹਾ ਨਾਲ ਮਹਿਫੂਜ਼ ਨਹੀਂ ਹੈਗਾ। ਉਹ ਮਹਿਫੂਜ਼ ਇਸ ਵਾਸਤੇ ਵੇ ਕਿ ਉਹਦੇ ਮੁਕਾਬਲ ਜਿਹੜੇ ਮੁਲਕ ਨੇ ਉਹ ਉਹਨਾਂ ਹੀ ਮੁਲਕਾਂ ਦੇ ਮੁਹਤਾਜ ਨੇ ਜਿਹੜੇ ਇਸਰਾਈਲ ਦੀ ਸਰਪ੍ਰਸਤੀ ਕਰ ਰਹੇ ਨੇ। ਅਗਰ ਇਹ ਵਾਲੇ ਮੁਲਕ ਜਿਹੜੇ ਨੇ ਜਿਹੜੇ ਇਸਰਾਈਲ ਦੇ ਇਸ ਰੀਜਨ ਦੇ ਵਿੱਚ ਖਿੱਤੇ ਦੇ ਵਿੱਚ ਹਰੀਫ ਨੇ, ਇਹ ਆਪਣਾ ਸਰਪ੍ਰਸਤ ਤਬਦੀਲ ਕਰ ਲੈਣ, ਦੁਨੀਆ ਦੇ ਜਿਹੜੇ ਦੂਸਰੇ ਤਾਕਤਾਂ ਨੇ ਉਹਨਾਂ ਵੱਲ ਰਜੂ ਕਰ ਲੈਣ, ਤੇ ਮੇਰੇ ਖਿਆਲ ਇਹ ਆਪੇ ਹੀ ਜਿਹੜੀ ਮਸ਼ਰਕ ਵਸਤਾ ਦੀ ਸੂਰਤ ਹਾਲਤ ਸਾਨੂੰ ਹਰ ਵੇਲੇ ਕਸ਼ੀਦਗੀ 'ਚ ਨਜ਼ਰ ਆਉਂਦੀ ਨਾ, ਇਹਦੇ ਵਿੱਚ ਅਮਨ ਦਾ ਇੱਕ ਬੈਲੈਂਸ ਆਏਗਾ। ਪਹਿਲੇ ਇਹਨੂੰ ਅਸਲੇ ਦੇ ਨਾਲ ਬੈਲੈਂਸ ਰੱਖਿਆ ਜਾਂਦਾ ਵੇ ਔਰ ਉਹਦੇ ਵਿੱਚ ਜ਼ਾਹਿਰ ਹੈ ਅਮਰੀਕੀ ਜਿਹੜਾ ਅਸਲਿਹਾ ਹੈ ਉਹਦਾ ਕੰਪਲੈਕਸ ਇੰਡਸਟਰੀ ਜਿਹੜੀ ਹੈਗੀ ਹੈ, ਅਸਲੇ ਦੀ ਜਿਹੜੀ ਇੰਡਸਟਰੀ ਉਹ ਉਹਦੇ ਮੁਫਾਦਾਤ ਨੇ, ਉਹਨਾਂ ਉਸ ਡਿਜ਼ਾਈਨ ਨਾਲ ਇਹ ਸਾਰਾ ਪੋਲੀਟੀਕਲ ਮਨੂਵਰਿੰਗ ਵੀ ਉਹ ਕਰਦੇ ਨੇ। ਤੇ ਅਗਰ ਇਹਦੇ ਵਿੱਚ ਸਿਰਫ ਉੱਤੇ ਇੰਜ ਕੀਤਾ ਜਾਵੇ ਕਿ ਇਹ ਵਾਲੇ ਮੁਲਕ ਦੂਸਰੀਆਂ ਤਾਕਤਾਂ ਕੋਲੋਂ ਕੁਝ ਸਪੋਰਟ ਲੈ ਲੈਣ ਔਰ ਹਥਿਆਰਾਂ ਦੀ ਫਰਾਹਮੀ ਦੇ ਕੁਝ ਮੁਆਹਦੇ ਕਰ ਲੈਣ, ਤੇ ਮੇਰਾ ਖਿਆਲ ਹੈ ਕਿ ਇੱਥੇ ਇੱਕ ਤਬਦੀਲੀ ਸਿਆਸੀ ਸਤਹ ਤੇ ਵੀ ਨਜ਼ਰ ਆਏਗੀ ਔਰ ਜਿਹੜੇ ਰਿਆਸਤਾਂ ਦੇ ਦਰਮਿਆਨ ਤਾਲੁਕਾਤ ਨੇ ਉਹ ਵੀ ਤਬਦੀਲ ਹੋ ਜਾਣਗੇ। ਤੇ ਇਸ ਤਰ੍ਹਾਂ ਅਸੀਂ ਦੁਨੀਆ ਦੇ ਵਿੱਚ ਤਾਂ ਵੇਖਦੇ ਹਾਂ ਕਿ ਲੋਕ ਬੈਲੈਂਸ ਕਰਦੇ ਨੇ ਖਿੱਤੇ ਦੇ ਵਿੱਚ ਆਪਣਾ ਤਵਾਜ਼ਨ, ਦੁਨੀਆ ਦੇ ਵਿੱਚ ਆਪਣਾ ਤਵਾਜ਼ਨ, ਹਮਸਾਇਆ ਨਾਲ ਤਾਲੁਕਾਤ ਦਾ ਤਵਾਜ਼ਨ, ਲੇਕਿਨ ਬਦਕਿਸਮਤੀ ਹੈ ਕਿ ਨਾ ਤਾਂ ਕਦੀ ਪਾਕਿਸਤਾਨ ਨੇ ਇੰਜ ਕੀਤਾ ਹੈ ਤੇ ਨਾ ਹੀ ਸਾਡੇ ਜਿਹੜੇ ਬ੍ਰਦਰ ਅਰਬ ਮਮਾਲਿਕ ਨੇ ਉਹਨਾਂ ਨੇ ਕਦੀ ਇਸ ਤਰ੍ਹਾਂ ਸੋਚਣ ਦੀ ਕੋਸ਼ਿਸ਼ ਕੀਤੀ ਹੈ ਕਿ ਦੁਨੀਆ ਸਿਰਫ ਹਥਿਆਰਾਂ ਨਾਲ ਬੈਲੈਂਸ ਨਹੀਂ ਹੋ ਸਕਦੀ, ਦੁਨੀਆ ਆਪਣੇ ਇਤਿਹਾਦੀ ਤਬਦੀਲ ਕਰਨ ਨਾਲ ਵੀ ਹੋ ਜਾਂਦੀ। ਬੈਲੈਂਸ ਆਫ ਪਾਰ ਦਾ ਜਿਹੜਾ ਇੱਕ ਕਨਸੈਪਟ ਹੈਗਾ ਵੇ, ਉਹਦੇ ਵਿੱਚ ਇਹ ਅਹਿਮ ਹੁੰਦਾ ਹੈ ਕਿ ਤੁਸੀਂ ਨਵੇਂ ਇਤਿਹਾਦ ਬਣਾਉਂਦੇ ਜੇ, ਪੁਰਾਣੇ ਇਤਿਹਾਦ ਤੋੜਦੇ ਜੇ ਜਾਂ ਕੁਝ ਐਸੀਆਂ ਤਬਦੀਲੀਆਂ ਕਰਦੇ ਜਿਹਦੇ ਨਾਲ ਤੁਹਾਡੇ ਹਰੀਫਾਂ ਦੇ ਮੁਫਾਦਾਤ ਤਬਦੀਲ ਹੋਣ ਜਾਂ ਤੁਹਾਡੇ ਹਲੀਫਾਂ ਦੇ ਮੁਫਾਦਾਤ ਤਬਦੀਲ ਹੋਣ। ਸੋ ਇਹ ਗੱਲ ਕਿ ਹੁਣ ਨਵੀਂ ਸਿਚੁਏਸ਼ਨ ਦੇ ਵਿੱਚ ਅਸੀਂ ਇਹ ਦੇਖਿਆ ਕਿ ਇਸਰਾਈਲ ਵਾਸਤੇ ਜਵਾਬ ਦੇਣਾ ਮੁਸ਼ਕਿਲ ਹੋ ਗਿਆ। ਉਹਦੇ ਵਾਸਤੇ ਉਹ ਕੈਲਕੂਲੇਸ਼ਨ ਜਿਹੜੀਆਂ ਨੇ ਕਿ ਈਰਾਨ ਨੇ ਜਿਵੇਂ ਕੈਲਕੂਲੇਸ਼ਨ ਨਾਲ ਕੀਤਾ ਸੀ ਨਾ ਅਟੈਕ ਇਸਰਾਈਲ ਦੇ ਉੱਤੇ, ਉਸ ਤਰ੍ਹਾਂ ਦੀ ਕੈਲਕੂਲੇਸ਼ਨ ਲੱਭਣੀਆਂ ਉਹਦੇ ਵਾਸਤੇ ਮੁਸ਼ਕਿਲ ਹੋ ਗਈਆਂ ਨੇ, ਕਿਉਂਕਿ ਸਾਰੀ ਦੁਨੀਆ ਉਹਨੂੰ ਕਹਿਣ ਡਈ ਕਿ ਜਨਾਬ ਤੂੰ ਜਵਾਬ ਨਹੀਂ ਦੇਣਾ। ਈਵਨ ਕਿ ਅਮਰੀਕਾ ਵੀ ਕਹਿਣ ਡਿਆ, ਯੂਰਪੀ ਯੂਨੀਅਨ ਵੀ ਕਹਿਣ ਡਈ। ਹਾਂ, ਇਹ ਜ਼ਰੂਰ ਹੈ ਕਿ ਇਸਰਾਈਲ ਦੀ ਮਦਦ ਕਿਵੇਂ ਹੁਣ ਕਰਨ ਡਏ ਨੇ ਈਰਾਨੀ ਹਮਲੇ ਤੋਂ ਬਾਅਦ, ਕਿਉਂਕਿ ਉਹਨਾਂ ਨੂੰ ਪਤਾ ਇਸਰਾਈਲ ਦੀ ਵਜ੍ਹਾ ਨਾਲ ਕੁਝ ਮੁਫਾਦਾਤ ਦਾ ਉਹਨਾਂ ਦਾ ਉੱਥੇ ਤਹਫ਼ੁਜ਼ ਵੀ ਹੋ ਰਿਹਾ। ਤੇ ਜਨਾਬ ਜਰਮਨ ਜਿਹੜੇ ਵਜ਼ੀਰ ਖਾਰਜਾ ਨੇ ਉਹਨਾਂ ਨੇ ਕਹਿ ਦਿੱਤਾ ਕਿ ਈਰਾਨ ਦੀ ਜਿਹੜੀ ਡਰੋਨ ਟੈਕਨੋਲੋਜੀ ਹੈ ਨਾ ਉਹਦੇ ਤੇ ਪਾਬੰਦੀ ਲਾਵੇ ਯੂਰਪੀ ਉਹਨੇ, ਕਿਉਂਕਿ ਉਹ ਡਰੋਨ ਇਸਤੇਮਾਲ ਹੋਏ ਨੇ ਨਾ, ਯਾਨੀ ਜਿਹੜਾ ਇਸਰਾਈਲ ਦੇ ਖਿਲਾਫ ਕੋਈ ਟੈਕਨੋਲੋਜੀ ਉਹਦਾ ਦੁਸ਼ਮਣ ਮੁਲਕ ਜਾਂ ਹਮਸਾਇਆ ਇਸਤੇਮਾਲ ਕਰੇ, ਬਜਾਏ ਇਹਦੇ ਕਿ ਇਸਰਾਈਲ ਨੂੰ ਤੁਸੀਂ ਕਹੋ ਕਿ ਬੰਦੇ ਦਾ ਪੁੱਤਰ ਬਣੇ, ਇਸ ਰੀਜਨ 'ਚ ਕਸ਼ੀਦਗੀ ਪੈਦਾ ਨਾ ਕਰੇ, ਤੁਸੀਂ ਉਹ ਟੈਕਨੋਲੋਜੀ ਨੂੰ ਪਾਬੰਦੀ ਲਾ ਦਿੰਦੇ। ਜਿਵੇਂ ਕਿ ਅਸੀਂ ਵੇਖਿਆ ਨਾ ਕਿ ਸ਼ਾਮ ਦੇ ਖਿਲਾਫ
ਇੱਕ ਪ੍ਰੋਪੇਗੈਂਡਾ ਹੋਇਆ ਕਿ ਇਹਦੇ ਕੋਲ ਜਿਹੜੇ ਐਸੀਆਂ ਗੈਸਾਂ ਨੇ ਜਾਂ ਉਹ ਹਥਿਆਰ ਹੈਗੇ ਨੇ ਜਿਹੜੇ ਅਸਾਬ ਦੇ ਉੱਤੇ ਅਸਰ ਕਰਦੇ ਨੇ। ਤੇ ਫਿਰ ਸ਼ਾਮ ਦੇ ਕੋਲ ਤਾਂ ਰੂਸ ਦੀ ਸ਼ਕਲ ਦੇ ਵਿੱਚ ਇੱਕ ਬੜਾ ਤਗੜਾ ਇਤਿਹਾਦੀ ਸੀ, ਉਹਨੇ ਫਿਰ ਆਲਮੀ ਬਰਾਦਰੀ ਦੇ ਨਾਲ ਮਿਲ ਕੇ ਇਹ ਮਸਲਾ ਤੈਅ ਕਰ ਲਿਆ ਔਰ ਇੱਕ ਟੀਮ ਗਈ, ਉਹਨੇ ਵੇਖਿਆ ਔਰ ਹਥਿਆਰ ਜਿਹੜੇ ਸਨ ਉਹ ਫਿਰ ਰੂਸ ਮੁੰਤਕਿਲ ਕੀਤੇ ਗਏ। ਇਸੇ ਤਰ੍ਹਾਂ ਦਾ ਇੱਕ ਪ੍ਰੋਪੇਗੈਂਡਾ ਇਰਾਕ ਦੇ ਖਿਲਾਫ ਕੀਤਾ ਗਿਆ ਕਿ ਵੈਪਨ ਆਫ ਮੈਸ ਡਿਸਟਰਕਸ਼ਨ ਉਹਦੇ ਕੋਲ ਨੇ। ਸਦਾਮ ਨੂੰ ਕਿਉਂ ਮਾਰਿਆ ਗਿਆ, ਕਿਉਂ ਕੱਢਿਆ ਗਿਆ, ਐਸੇ ਪ੍ਰੋਪੇਗੈਂਡੇ ਦੇ ਉਹਦੇ ਕੋਲ ਵੱਡੇ ਪੈਮਾਨੇ ਤੇ ਤਬਾਹੀ ਫੈਲਾਉਣ, ਹਲਾਕਤਾਂ ਫੈਲਾਉਣ ਵਾਲੇ ਹਥਿਆਰ ਨੇ, ਜਰਾਸੀਮੀ ਹਥਿਆਰ ਨੇ। ਤੇ ਹੋਰ ਈਰਾਨ ਨੇ ਡਰੋਨ ਇਸਤੇਮਾਲ ਕੀਤੇ। ਡਰੋਨ ਤਾਂ ਕੋਈ ਏਡੀ ਵੱਡੀ ਟੈਕਨੋਲੋਜੀ ਨਹੀਂ ਹੈ, ਦੁਨੀਆ ਦੇ ਬੇਸ਼ੁਮਾਰ ਮੁਲਕਾਂ ਕੋਲੋਂ ਟੈਕਨੋਲੋਜੀ ਆ ਗਈ ਹੈ ਔਰ ਉਹ ਇਹਦਾ ਜੰਗੀ ਇਸਤੇਮਾਲ ਕਰਦੇ ਨੇ। ਖੁਦ ਅਮਰੀਕਾ ਵੀ ਕਰਦਾ ਵੇ, ਉਹਦੇ ਇਤਿਹਾਦੀ ਬਾਕੀ ਮੁਲਕ ਵੀ ਕਰਨ ਡਏ ਨੇ। ਤੇ ਇਹ ਵਾਲੀ ਟੈਕਨੋਲੋਜੀ ਜੇ ਥੋੜੀ ਜਿਹੀ ਉਹਨੇ ਵਰਤ ਲਈ ਹੈ ਈਰਾਨ ਨੇ, ਔਰ ਉਹਦੇ ਨਾਲ ਕੋਈ ਏਡਾ ਨੁਕਸਾਨ ਵੀ ਹੋਇਆ ਨਹੀਂ ਹੋਇਆ, ਤੇ ਤੁਸੀਂ ਕਹਿੰਦੇ ਪਏ ਜੇ ਕਿ ਈਰਾਨ ਨੂੰ ਉਹ ਟੈਕਨੋਲੋਜੀ ਤੋਂ ਮਹਿਰੂਮ ਕਰਤਾ ਜਾਵੇ। ਅਸੀਂ ਬੰਦੇ ਦੇ ਪੁੱਤਰ ਨਹੀਂ ਬਣਦੇ, ਦੁਨੀਆ ਤਗੜਿਆਂ ਦੀ ਹੈ ਜੀ।